सफर मेरी जिंदगी दा, सफर मेरी जिंदगी दा। अज कौन परोना आया नी फुल खिड़ गए ने सूहे। सत श्री अकाल, नमस्कार, आदाब जी। मैं ਤੁਹਾਡਾ ਦੋਸਤ ਜੁਗਨੀ ਮਲਨ ਜੈ ਮਿਊਜ਼ਿਕ ਸਟੂਡੀਓ ਦੇ ਵਿਹੜੇ ਤੋਂ ਲੈ ਕੇ ਆ ਗਿਆ ਇੱਕ ਵਾਰੀ ਫੇਰ ਪ੍ਰੋਗਰਾਮ ਸਫਰ ਮੇਰੀ ਜ਼ਿੰਦਗੀ ਦਾ। ਅੱਜ ਮੇਰੇ ਨਾਲ ਬਹੁਤ ਹੀ ਖਾਸ ਇੱਕ ਸ਼ਖਸੀਅਤ ਬੈਠੀ ਹੈ ਜੀ, ਸਰਪੰਚ ਗੁਰਪ੍ਰੀਤ ਸਿੰਘ ਗੋਪੀ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਨੇ ਤੁਹਾਡੇ? कैसा लग रहा ਤੁਹਾਨੂੰ ਆ ਕੇ ਸਟੂਡੀਓ 'ਚ? ਹਾਂਜੀ, ਬਹੁਤ ਵਧੀਆ ਜੀ। ਮੈਂ ਆਪਣੇ ਵੱਲੋਂ ਜੈ ਮਿਊਜ਼ਿਕ ਸਟੂਡੀਓ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਮੈਨੂੰ ਬੁਲਾ ਕੇ ਅੱਜ ਇੱਥੇ ਮੇਰੀ ਜ਼ਿੰਦਗੀ ਦੇ ਸਫ਼ਰ ਬਾਰੇ ਜੋ ਗੱਲਾਂ ਅਸੀਂ ਕਰਨੀਆਂ ਵਾ, ਮੈਂ ਦਿਲੋਂ ਧੰਨਵਾਦ ਕਰਦਾ ਉਹਨਾਂ ਦਾ ਜਿਹੜਾ ਉਹਨਾਂ ਨੇ ਮੈਨੂੰ ਬੁਲਾਇਆ ਅੱਜ। ਵੈਲਕਮ ਜੀ, ਵੈਲਕਮ। ਤੁਹਾਡਾ ਬਹੁਤ-ਬਹੁਤ ਨਿੱਘਾ ਸਵਾਗਤ ਹੈ। ਦਰਸ਼ਕੋ, ਆਪਾਂ ਪਹਿਲੇ ਜਾਣਦੇ ਹਾਂ ਇਹਨਾਂ ਦੇ ਪਿੰਡ ਬਾਰੇ ਤੇ ਕਿੱਥੋਂ ਹੈ। ਹਾਂਜੀ, ਆਪਣੇ ਪਿੰਡ ਬਾਰੇ ਦੱਸੋ ਸਭ ਤੋਂ ਪਹਿਲਾਂ ਜੀ। ਮੇਰਾ ਪਿੰਡ ਜੀ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਵਾ। ਇਹ ਤਕਰੀਬਨ ਕਪੂਰਥਲੇ ਤੋਂ 6 ਕਿਲੋਮੀਟਰ ਦੂਰੀ ਤੇ ਮੇਰਾ ਪਿੰਡ ਵਾ। ਤੇ ਜਦੋਂ ਕਪੂਰਥਲੇ ਤੋਂ ਨਕੋਦਰ ਰੋਡ ਜਾਈਦਾ, ਸਿੱਧਵਾਂ ਕਲਾਰਾ ਰੋਡ ਤੇ ਪਹਿਲਾ ਪਿੰਡ ਆਰੀਆਂਵਾਲ ਜੀ। ਤੇ ਇਹ ਮੇਰਾ ਪਿੰਡ ਆ ਜੀ। ਮੇਰਾ ਪਿੰਡ ਦੇ ਤਕਰੀਬਨ 1100 ਦੀ ਪਾਪੂਲੇਸ਼ਨ ਤੇ 800 ਦੀ ਵੋਟ ਹੋ ਰਹੀ ਹੈ ਜੀ। ਤੇ ਇਹ ਮੇਰਾ ਪਿੰਡ ਹੈ ਜੀ। ਠੀਕ ਹੈ ਜੀ। ਤੁਸੀਂ ਆਰੀਆਵਾਲ ਤੋਂ ਹੋ ਜੀ, ਤੇ ਆਰੀਆਵਾਲ ਤੋਂ ਤੁਹਾਡਾ ਰਾਜਨੀਤਿਕ ਕੈਰੀਅਰ ਸ਼ੁਰੂ ਹੋਇਆ। ਇਹ ਰਾਜਨੀਤਿਕ ਕੈਰੀਅਰ ਸ਼ੁਰੂ ਹੋਇਆ ਹੈ, ਇਸ ਦੇ ਪਿੱਛੇ ਕੋਈ ਕਹਾਣੀ ਹੈ, ਕੋਈ ਪਰਿਵਾਰਿਕ ਪਿਛੋਕੜ ਹੈ? ਇਸ ਦੇ ਪਿੱਛੇ ਬਹੁਤ ਲੰਬੀ ਕਹਾਣੀ ਹੈ ਜੀ। ਮੈਨੂੰ ਤਾਂ ਮੈਂ ਦਰਅਸਲ ਹੀ ਜਦੋਂ ਵੀ ਕਿਤੇ ਮੈਨੂੰ ਬੋਲਣ ਦਾ ਮੌਕਾ ਮਿਲਦਾ ਵਾ ਤਾਂ ਮੈਂ ਉਸ ਟਾਈਮ ਕਹਿੰਦਾ ਵੀ ਇਹ ਮੈਨੂੰ ਜਿਹੜੀ ਸਿਆਸਤ ਹੈ ਗੁੜਤੀ, ਇਹਦੀ ਜਿਹੜੀ ਸਰਪੰਚੀ ਆ ਉਹ ਸਾਨੂੰ ਵਿਰਾਸਤ ਵਿੱਚ ਮਿਲੀ ਆ। ਇੱਕ ਵਿਰਾਸਤ ਵਾਂਗੂ ਹੋ ਜਾਂਦੇ ਆ। ਮੇਰੇ ਸਰਦਾਰ ਪਿਤਾ ਜੀ ਗੁਰਮੀਤ ਸਿੰਘ ਸਰਪੰਚ ਪਿੰਡ ਆਰੀਆਂਵਾਲ, ਜੋ ਕਿ ਉਹ ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ ਸਰਪੰਚ ਬਣੇ ਪਿੰਡ ਦੇ। ਫਿਰ ਮੇਰੇ ਮਦਰ 2002 ਤੋਂ ਲੱਗ ਕੇ 2018 ਤੱਕ ਉਹਨਾਂ ਨੇ ਪਿੰਡ ਦੀ ਨੁਮਾਇੰਦਗੀ ਕੀਤੀ ਤੇ 2 ਵਾਰ ਉਹ ਬਲਾਕ ਸੰਮਤੀ ਮੈਂਬਰ ਰਹੇ ਆ। ਤੇ ਉਹਨਾਂ ਦਾ ਬਹੁਤ ਵਧੀਆ ਸਿਆਸੀ ਕੈਰੀਅਰ ਸੀਗਾ। ਇਹਦੇ ਨਾਲ ਹੀ ਮੈਂ ਗਾਂ ਆਪਣੇ ਨਾਲ ਚੱਲਦਾ ਰਿਹਾ ਤੇ ਮੈਂ ਵੀ ਅੱਜ ਚਲੋ ਸਿਆਸਤ ਦੇ ਵਿੱਚ ਵਾਂ ਤਾਂ ਲੋਕ ਪਿਆਰ ਕਰਦੇ ਆ ਸਾਨੂੰ, ਵੀ ਪਰਿਵਾਰਕ ਰਿਲੇਸ਼ਨ ਵਾਂਗੂ ਆ ਜੀ। ਤੁਹਾਨੂੰ ਰਾਜਨੀਤਿਕ 'ਚ ਲਿਆਉਣ ਦਾ ਸ਼੍ਰੇਅ ਤੁਸੀਂ ਕਿਹਨੂੰ ਦਿਓ? ਦੇਖੋ, ਸਿਆਸਤ ਦੇ ਵਿੱਚ ਆਉਣਾ ਤਾਂ ਮਹਾਰਾਜ ਦੀ ਗੱਲ ਵਾ, ਪਰ ਮੇਰੇ ਜਿਹੜੇ ਸਾਡੇ ਹਲਕੇ ਦੇ ਐਮਐਲਏ ਵਾ ਸਰਦਾਰ ਰਾਣਾ ਗੁਰਜੀਤ ਸਿੰਘ ਐਮਐਲਏ ਕਪੂਰਥਲਾ ਵੀ, ਉਹਨਾਂ ਦਾ ਮੇਰੇ ਸਿਰ ਤੇ ਬਹੁਤ ਛਤਰ ਛਾਇਆ, ਬਹੁਤ ਜਾਨੀ ਕਿ ਮੈਨੂੰ ਬਹੁਤ ਪਿਆਰ ਕਰਦੇ ਆ ਤੇ ਮੇਰੇ ਤੇ ਸਿਰ ਛਤਰ ਛਾਇਆ ਹਮੇਸ਼ਾ ਹੀ ਰੱਖਦੇ ਆ ਵੀ ਬੱਚਿਆਂ ਨੂੰ ਪਿਆਰ ਕਰਦੇ ਆ। ਤੇ ਮੈਂ ਹਮੇਸ਼ਾ ਹੀ ਜਦੋਂ ਵੀ ਕੋਈ ਮੀਟਿੰਗਾਂ ਹੁੰਦੀਆਂ ਕੁਛ ਹੁੰਦੀਆਂ ਉਹ ਮੈਨੂੰ ਆਪਣੇ ਨਾਲ ਰੱਖਦੇ ਆ ਤੇ ਜਿਹਦਾ ਕਰਕੇ ਮੈਂ ਨਿੱਜੀ ਪੀੜ੍ਹੀ ਦੇ ਵਿੱਚ ਉਹਨਾਂ ਦੇ ਨਾਲ ਵਾਂ ਤੇ ਅਸੀਂ ਹਮੇਸ਼ਾ ਹੀ ਉਹਨਾਂ ਦੇ ਵਫਾਦਾਰ ਆ। ਤੇ ਉਹ ਵੀ ਸਾਨੂੰ ਬਹੁਤ ਪਿਆਰ ਕਰਦੇ। ਇਹਦੇ ਇਸੇ ਕਾਰਨ ਵਾ ਵੀ ਉਹਨਾਂ ਦੀ ਸਪੋਰਟ ਕਰਕੇ ਸਿਆਸਤ ਵਿੱਚ ਇੰਨਾ ਕੱਦ ਕੱਠ ਕੱਢ ਦੇਣ, ਇਹ ਚੀਜ਼ਾਂ ਉਹਨਾਂ ਦੇ ਨਾਲ ਇਹਨਾਂ ਤੇ ਟੁਕਦੀਆਂ ਜੀ। ਗੋਪੀ ਜੀ, ਤੁਹਾਨੂੰ ਤਰੱਕੀ ਪਸੰਦ ਯੁਵਾ ਨੇਤਾ ਵਜੋਂ ਦੇਖਿਆ ਜਾਂਦਾ ਤੇ ਤੁਸੀਂ ਆਪਣੇ ਇਲਾਕੇ ਲਈ ਕੀ ਕੰਮ ਕੀਤੇ ਨੇ? ਦੇਖੋ ਜੀ, ਜਿਹੜੇ ਇਲਾਕੇ ਲਈ ਕੰਮ ਆ ਬੜੇ ਸਮਾਜ ਦੇ ਸੁਧਾਰਕ ਵਾਲੇ ਕੰਮ ਹੁੰਦੇ ਆ ਵੀ ਲੋਕਾਂ ਨੂੰ ਸਹੀ ਸਪੋਰਟ ਕਰਨਾ, ਸਹੀ ਗਾਈਡ ਕਰਨਾ, ਲੋਕਾਂ ਨੂੰ ਗਵਰਨਮੈਂਟ ਤੋਂ ਬਣਦੀਆਂ ਸਕੀਮਾਂ ਦਿਵਾਉਣੀਆਂ ਔਰ ਕਿ ਸਹੀ ਬੰਦੇ ਨੂੰ ਦਿਵਾਉਣੀਆਂ। ਤੇ ਮੈਂ ਜਿਹੜਾ ਮੇਰਾ ਕੰਮ ਕਰਨ ਦਾ ਅੰਦਾਜ਼ ਕੁਛ ਅਲੱਗ ਵਾ। ਮੈਂ ਲੋਕਾਂ ਨੂੰ ਖੱਜਲ ਖਰਾਬੀ ਨਹੀਂ ਜ਼ਿਆਦਾ ਹੋਣ ਦਿੰਦਾ ਤੇ ਹਮੇਸ਼ਾ ਹੀ ਉਹ ਮੇਰੇ ਟੱਚ 'ਚ ਰਹਿੰਦੇ ਆ। ਜਿਹੜਾ ਫੋਨ ਤੇ ਕੰਮ ਹੋਣਾ ਉਹ ਫੋਨ ਤੇ ਕਰਵਾ ਦਈਦਾ ਵਾ। ਤੇ ਦੂਸਰੀ ਗੱਲ, ਮੇਰੇ ਪ੍ਰੋਜੈਕਟ ਪਿੰਡ ਵਿੱਚ ਚੱਲਦੇ ਆ। ਜਦੋਂ ਤੁਸੀਂ ਮੈਨੂੰ ਪੁੱਛੋਗੇ ਮੈਂ ਤੁਹਾਨੂੰ ਉਹਨਾਂ ਬਾਰੇ ਵੀ ਜਾਣੂ ਕਰਾਂਗਾ। ਬਿਲਕੁਲ, ਅਸੀਂ ਜਾਣਨਾ ਚਾਹਾਂਗੇ ਤੁਹਾਡੇ ਪ੍ਰੋਜੈਕਟਾਂ ਬਾਰੇ ਕਿ ਹੋਰ ਕੀ ਪ੍ਰੋਜੈਕਟ ਚੱਲ ਰਹੇ ਨੇ, ਨਵੇਂ ਕੀ ਚੱਲ ਰਹੇ ਤੇ ਤੁਹਾਡਾ ਕਰੀਅਰ ਅੱਗੇ ਕੀ ਤੁਹਾਡੇ ਏਮਸ ਨੇ। ਅੱਛਾ, ਇਹ ਦੱਸੋ ਤੁਹਾਨੂੰ ਇਸ ਫੀਲਡ 'ਚ ਯਾਨੀ ਕਿ ਰਾਜਨੀਤਿਕ 'ਚ ਤੁਹਾਨੂੰ ਸਪੋਰਟ ਤਾਂ ਕੀਤੀ, ਤੁਸੀਂ ਦੱਸਿਆ ਕਈ ਲੱਤ ਖਿੱਚਣ ਵਾਲੇ ਵੀ ਹੁੰਦੇ ਨੇ। ਦੇਖੋ ਨਾ, ਰਾਜਨੀਤਿਕ ਵਿੱਚ ਜ਼ਿਆਦਾਤਰ ਤਾਂ ਲੋਕ ਝੂਠ ਦੱਸਦੇ ਆ, ਪਰ ਮੈਂ ਤੁਹਾਨੂੰ ਇਸ ਬਾਰੇ ਸੱਚਾਈ ਦੱਸੂਗਾ ਵੀ ਸਿਆਸਤ ਹੈ ਵੀ ਬੜੀ ਵਧੀਆ ਚੀਜ਼ ਆ ਤੇ ਹੈ ਵੀ ਬੜੀ ਮਾੜੀ ਚੀਜ਼ ਆ। ਕਿਉਂਕਿ ਸਟੈਪ ਬਾਈ ਸਟੈਪ ਜਦੋਂ ਚੜ੍ਹਨਾ ਬੜਾ ਔਖਾ ਵਾ ਤੇ ਲੋਕ ਦਵਾ ਦਵ ਹੀ ਬੰਦੇ ਨੂੰ ਉਹਦੀ ਕਰਕੇ, ਇਹ ਨਹੀਂ ਵੀ ਮੈਂ ਚੰਗੀਆਂ ਗੱਲਾਂ ਹੀ ਕਰਦੇ, ਮੇਰੇ ਵਿੱਚ ਵੀ ਅਣਗਣ ਹੋ ਸਕਦੇ ਆ। ਠੀਕ ਆ, ਮੇਰੇ ਕੋਲੋਂ ਵੀ ਗਲਤੀ ਹੋ ਸਕਦੀ ਹੈ ਕੋਈ,
ਪਰ ਉਹ ਲੋਕ ਗਲਤੀ ਨੂੰ ਜ਼ਿਆਦਾ ਰੱਖਦੇ ਆ, ਜਿਹੜੇ ਚੰਗੇ ਕੰਮ ਇੱਕ ਬੰਦੇ ਦੇ ਸਾਈਡ ਤੇ ਰੱਖ ਦਿੰਦੇ ਆ ਤੇ ਮਾੜਿਆਂ ਨੂੰ ਪਹਿਲਾਂ ਲੈ ਲੈਂਦੇ ਆ। ਜੀ ਜੀ। ਤੇ ਇਸ ਕਰਕੇ ਹੁਣ ਮੈਂ ਲੋਕਾਂ ਦੀ ਗੱਲ ਕਰ ਲਈਏ, 100 ਕੰਮ ਕਰਦੀ ਹੈ ਅੱਜ ਦੇ ਸਮੇਂ ਵਿੱਚ, ਜੇ ਇੱਕ ਕੰਮ ਨਾ ਹੋਵੇ ਤਾਂ ਲੋਕ ਗੁੱਸੇ ਹੋ ਜਾਂਦੇ ਆ। ਤੇ ਉਹ ਜਿਹੜੀ ਗੱਲ ਵਾ ਵੀ ਸਿਆਸਤ ਵਿੱਚ ਰਹਿਣਾ ਵੀ ਇੱਕ ਬਹੁਤ ਜਿੱਦਾਂ ਵੀ ਚੁਸਤ ਹੋ ਕੇ ਰਹਿਣਾ ਪੈਂਦਾ ਵਾ, ਵੀ ਜੇ ਸਿਆਸੀ ਬੰਦੇ ਇੱਕ ਦੂਜੇ ਨੂੰ ਠਿੱਬੀ ਲਾਉਂਦੇ ਆ, ਚਾਹੇ ਉਹ ਤੁਹਾਡੇ ਨਾਲ ਦੇ ਸਾਥੀ ਆ, ਉਹੀ ਤੁਹਾਡੇ ਨਾਲ ਇਧਰ ਉਧਰ ਦੀਆਂ ਗੱਲਾਂ ਕਰਕੇ, ਮਤਲਬ ਕਿ 2 ਅੱਖਾਂ ਅੱਗੇ ਤੇ 2 ਅੱਖਾਂ ਪਿੱਛੇ ਚਾਹੀਦੀਆਂ। ਗੋਪੀ ਭਾਜੀ ਨਾਲ ਸਾਡੀ ਇਹ ਗੱਲਾਂ ਨਾ ਚੱਲਦੀਆਂ ਰਹਿਣੀਆਂ, ਸਾਫ ਸੁਥਰੇ ਵਧੀਆ ਇੱਕ ਐਸੇ ਇਨਸਾਨ ਨਾਲ ਕੰਟੀਨਿਊਸਲੀ ਰੱਖਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਸਫਰ ਮੇਰੀ ਜ਼ਿੰਦਗੀ ਦਾ। ਸਫਰ ਮੇਰੀ ਜ਼ਿੰਦਗੀ ਦਾ, ਸਫਰ ਮੇਰੀ ਜ਼ਿੰਦਗੀ ਦਾ। ਪ੍ਰੋਗਰਾਮ ਸਫਰ ਮੇਰੀ ਜ਼ਿੰਦਗੀ ਦਾ ਜਾਰੀ ਹੈ ਜੀ। ਸਾਡੇ ਨਾਲ ਯੁਵਾ ਨੇਤਾ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਜੀ ਸਾਡੇ ਨਾਲ ਨੇ। ਬਹੁਤ ਵਧੀਆ ਗੱਲਾਂ ਚੱਲ ਰਹੀਆਂ ਨੇ। ਭਾਜੀ, ਤੁਹਾਨੂੰ ਆਪਣੇ ਪੇਰੈਂਟਸ ਵੱਲੋਂ ਤਾਂ ਜੋ ਗੁਰਤੀ ਮਿਲੀ ਰਾਜਨੀਤੀ ਦੀ, ਬਾਕੀ ਰਿਸ਼ਤੇਦਾਰਾਂ ਵੱਲੋਂ ਕੈਸੀ ਸਪੋਰਟ ਰਹੀ ਪੋਲਿਟਿਕਸ 'ਚ? ਦੇਖੋ ਜੀ, ਜਦੋਂ ਸਿਆਸਤ ਵਿੱਚ ਚੱਲੇ 2010 ਵਿੱਚ ਮੇਰੇ ਫਾਦਰ ਐਕਸਪਾਇਰ ਹੋ ਗਏ ਜੀ। ਉਦੋਂ ਮੇਰੀ ਏਜ 16 ਸਾਲ ਦੇ ਕਰੀਬ ਸੀਗੀ। ਤੇ ਜਦੋਂ ਮੈਂ ਉਹ ਸਫ਼ਰ ਸ਼ੁਰੂ ਕੀਤਾ, ਉਸ ਵਿੱਚ ਜਿਹੜਾ ਮੇਰਾ ਪਿੰਡ ਵਾ ਉਹ ਮੇਰਾ ਪਰਿਵਾਰ ਆ, ਤੇ ਉਹਨਾਂ ਨੇ ਮੇਰਾ ਬਹੁਤ ਸਹਿਯੋਗ ਕੀਤਾ। ਤੇ ਰਿਸ਼ਤੇਦਾਰਾਂ ਵਿੱਚ ਮੇਰੇ ਨਾਨਕੇ ਪਰਿਵਾਰ, ਜੋ ਕਿ ਮੇਰੇ ਮਾਮਿਆਂ ਦਾ ਬਹੁਤ ਵੱਡਾ ਮੇਰੇ ਨਾਲ ਸਹਿਯੋਗ ਰਿਹਾ। ਉਹ ਕਿਉਂਕਿ ਪੜ੍ਹੇ ਲਿਖੇ ਹੋਣ ਦਾ ਕਰਕੇ ਉਹਨਾਂ ਨੇ ਸਾਨੂੰ ਵੀ ਸਿੱਖਿਆ ਵਾਲੀਆਂ ਗੱਲਾਂ ਦੱਸੀਆਂ, ਤੇ ਜੋ ਸਕੀਮਾਂ ਸੀਗੀਆਂ ਉਹਨਾਂ ਨਾਲ ਰਿਲੇਟਡ ਕਰਕੇ ਜੇ ਮੈਂ ਸਟੇਜ ਤੇ ਬੋਲਣਾ ਸਿਖਾਇਆ, ਤਾਂ ਉਹ ਵੀ ਉਹਨਾਂ ਵੱਲੋਂ ਹੀ ਇਹ ਚੀਜ਼ਾਂ ਮਿਲੀਆਂ ਵੀ ਇਹ ਇਦਾਂ ਕਰਕੇ ਆਹ ਚੀਜ਼ਾਂ ਬੋਲਣੀਆਂ, ਤੇ ਇਦਾਂ ਜਾ ਕੇ ਤਾਂ ਆਪਾਂ ਲੋਕਾਂ ਵਿੱਚ ਪ੍ਰਚਾਰ ਵੀ ਕਰ ਸਕਦੇ ਹਾਂ। ਤੇ ਇਹ ਚੀਜ਼ਾਂ ਸਾਰੀਆਂ ਮੈਨੂੰ ਉਹਨਾਂ ਤੋਂ ਬਹੁਤ ਸਪੋਰਟ ਮਿਲੀ ਜੀ। ਨਾਨਕਿਆਂ ਦੇ ਲਾਡਲੇ ਸ਼ੁਰੂ ਤੋਂ ਰਹੇ ਹੋਏ ਦਾ ਮਤਲਬ ਜੀ। ਅੱਛਾ ਗੋਪੀ ਜੀ, ਤੁਹਾਡੀ ਸਾਰਾ ਦਿਨ ਕਿਵੇਂ ਗੁਜ਼ਰਦਾ ਸਵੇਰ ਤੋਂ ਸ਼ਾਮ ਤੱਕ? ਇਹ ਥੋੜਾ ਬਰੀਫਿੰਗ ਚ ਦਾ। ਦੇਖੋ ਜੀ, ਸਾਰਾ ਦਿਨ ਤਾਂ ਜਿਵੇਂ ਮੈਂ ਸਵੇਰੇ 10 ਵਜੇ ਤੋਂ ਜਾਣਾ ਕਪੂਰਥਲੇ, ਲੋਕਾਂ ਦੇ ਕੰਮ ਕਰਕੇ ਤਕਰੀਬਨ 1-1:30 ਵਜੇ ਤੱਕ ਆ ਜਿੱਦਾਂ। ਫਿਰ ਮੇਰਾ ਆਪਦਾ ਨਿੱਜੀ ਕੰਮ ਵੀ ਹੈਗਾ ਵਾ ਜੀ, ਤੇ ਉਸ ਬਾਰੇ ਵੀ ਮੈਂ ਧਿਆਨ ਰੱਖਦਾ। ਮੇਰੇ ਕੋਲ ਜਿੱਦਾਂ ਮੇਰਾ ਡੇਅਰੀ ਫਾਰਮਿੰਗ ਆਪਣਾ ਵਾ, ਉਹਦੇ ਵਿੱਚ ਮੈਂ ਆਪਣੇ ਪਸ਼ੂਆਂ ਦਾ ਧਿਆਨ, ਮੇਰਾ ਬ੍ਰਦਰ ਨਾਲ ਮੇਰੇ ਨਾਲ ਅਟੈਚ, ਅਸੀਂ ਵਧੀਆ ਤਰੀਕੇ ਨਾਲ ਜਿਹੜਾ ਬਰੀਡ ਤਿਆਰ ਕਰਦੇ ਆ। ਤੋਂ ਮੈਂ ਟ੍ਰੇਨਿੰਗ ਲੈ ਕੇ ਪ੍ਰੋਪਰ ਚੈਨਲ ਨਾਲ ਆਪਣਾ ਜਿਹੜਾ ਕਿੱਤਾ ਵੀ ਨਾਲ ਸਹੀ ਤਰੀਕੇ ਨਾਲ ਚਲਾ ਰਿਹਾ ਵਾਂ। ਤੇ ਇਹ ਮੇਰਾ ਸਫ਼ਰ ਆ ਜੀ। ਮੈਂ ਲੋਕਾਂ ਦੇ ਕੰਮ ਕਰਕੇ ਆਪਣਾ ਨਿੱਜੀ ਕੰਮ ਵੀ ਆਪ ਕਰਦਾ ਹਾਂ ਜਾ ਕੇ। ਤੁਹਾਡੇ ਐਜੂਕੇਸ਼ਨ ਜੀ, ਮੈਂ ਪਿੰਡ ਦੇ ਸਾਡਾ ਪ੍ਰਾਇਮਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਆਰੀਆਵਾਲ, ਉੱਥੋਂ ਮੁੱਢਲੀ ਸਿੱਖਿਆ 5ਵੀਂ ਤੱਕ ਉੱਥੋਂ ਹਾਸਲ ਕੀਤੀ, ਤੇ 6ਵੀਂ ਤੋਂ ਲੈ ਕੇ 10ਵੀਂ ਤੱਕ ਸਰਕਾਰੀ ਹਾਈ ਸਕੂਲ ਜਵਾਲਾਪੁਰ। ਤੇ ਉਦੋਂ ਬਾਅਦ ਮੈਂ +1 +2 ਰਣਧੀਰ ਸਕੂਲ ਤੋਂ ਕੀਤੀ, ਤੇ BA ਮੈਂ ਕੀਤੀ ਰਣਧੀਰ ਕਾਲਜ ਤੋਂ, ਨਵਾਬ ਜੱਸਾ ਸਿੰਘ ਕਾਲੋ ਵਾਲੀ ਕਾਲਜ ਤੋਂ। ਤੇ ਇਵੇਂ ਹੀ ਮੈਂ ਸਟੱਡੀ ਹਾਸਲ ਕੀਤੀ। ਮੈਂ ਨਾਲ ਪੜ੍ਹਨ ਦੇ ਨਾਲ ਸਪੋਰਟਸਮੈਨ ਵੀ ਸੀਗਾ, ਜਿਹਦੇ ਨਾਲ ਮੈਂ ਐਥਲੀਟ ਵੀ ਵਧੀਆ ਸੀਗਾ, ਕਬੱਡੀ ਪਲੇਅਰ ਵੀ ਵਧੀਆ ਸੀਗਾ। ਤੇ ਮੇਰੀਆਂ ਇਦਾਂ ਦੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਗੱਲਾਂ, ਜਿਹੜਾ ਸਾਨੂੰ ਅੱਗੇ ਲਿਜਾਣ ਤੋਂ ਮੇਰੀ ਸਟੱਡੀ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਣ ਕਰਕੇ ਮੇਰੀ ਛੁੱਟ ਗਈ, ਤੇ ਉਹਦੇ ਨਾਲ ਮੇਰਾ ਸਿਆਸੀ ਜੀਵਨ ਦੇ ਨਾਲ ਮੇਰਾ ਰਾਬਤਾ ਕਾਇਮ ਹੋ ਗਿਆ ਜਦੋਂ। ਠੀਕ ਹੈ ਜੀ, ਬਹੁਤ ਵਧੀਆ। ਤੁਸੀਂ ਦੱਸਿਆ ਕਿ ਤੁਸੀਂ ਕਬੱਡੀ ਪਲੇਅਰ ਰਹੇ ਹੋ। ਅੱਜ ਕੱਲ ਦੀ ਯੁਵਾ ਪੀੜ੍ਹੀ ਜਿਹੜੀ ਹੈ ਕਿ ਨਸ਼ਿਆਂ ਵੱਲ ਵੱਧ ਰਹੀ ਹੈ, ਉਲਟੇ ਸਿੱਧੇ ਕੰਮਾਂ ਵੱਲ ਵੱਧ ਰਹੀ ਹੈ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਦੇਖੋ ਜੀ, ਇਸ ਲਈ ਅਸੀਂ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਦੇ ਸਕਦੇ ਹਾਂ, ਲੋਕਾਂ ਨੂੰ ਕਾਉਂਸਲਿੰਗ ਕਰ ਸਕਦੇ ਹਾਂ ਜਾ ਕੇ। ਕਰ ਉਹ ਨਹੀਂ ਹਟਦਾ ਤਾਂ ਫਿਰ ਅਸੀਂ ਪੁਲਿਸ ਦਾ ਸਹਾਰਾ ਲੈ ਸਕਦੇ ਹਾਂ। ਤੁਸੀਂ ਆਪਣੇ ਵੱਲੋਂ ਕੀ ਕਰਦੇ? ਤੇ ਮੈਂ ਆਪਣੇ ਪਿੰਡ ਵਿੱਚ ਜਿਮ ਬਣਾਇਆ, ਜਿਮ ਬਣਾ ਕੇ ਦਿੱਤਾ, ਖੇਡਾਂ ਦਾ ਸਮਾਨ ਵਗੈਰਾ ਲਿਆ ਕੇ ਦਿੱਤਾ। ਉਹਦੇ ਨਾਲ ਜਿਹੜੇ ਪਿੰਡ ਦੇ ਨਵੀਂ ਜਿਹੜੀ ਜਨਰੇਸ਼ਨ ਆ ਰਹੀ ਆ, ਉਹਨਾਂ ਨੂੰ ਜਿਮ ਦੇ ਨਾਲ ਕਰਕੇ ਵੀ ਇਹ ਨਸ਼ੇ ਪੱਤੇ ਵੱਲ ਘਟ ਜਾਣ ਤੇ ਆਪਣਾ ਸਰੀਰ ਬੋਡੀ ਵਗੈਰਾ ਬਣਾਉਣ ਤੇ ਵਧੀਆ ਚੱਲਣਗੇ। ਇਸ ਕਰਕੇ ਮੈਂ ਇਹ ਉਪਰਾਲਾ ਕੀਤਾ। ਦਰਸ਼ਕੋ, ਜਦੋਂ ਕੋਈ ਬੰਦਾ ਵਧੀਆ ਕੰਮ ਕਰਦਾ ਹੈ ਨਾ, ਤਾਂ ਸਮਾਜ ਇਹਨੂੰ ਸਨਮਾਨਿਤ ਵੀ ਕਰਦਾ ਹੈ, ਤੇ ਬਹੁਤ ਵਧੀਆ ਢੰਗ ਨਾਲ ਕਰਦਾ ਹੈ। ਤੇ ਆਪਣੇ ਗੁਰਪ੍ਰੀਤ ਭਾਜੀ ਨੂੰ ਵੀ ਨਾ ਵੱਡੇ ਸਨਮਾਨ ਮਿਲੇ ਹੈ। ਇੱਕ ਖਾਸ ਸਨਮਾਨ ਸੀਗਾ ਭਾਜੀ, ਉਹ ਦੱਸੋ। ਦੇਖੋ ਜੀ, ਮੈਨੂੰ 26 ਜਨਵਰੀ ਦੇ ਸਨਮਾਨਿਤ ਕੀਤਾ ਗਿਆ। ਮੈਂ ਮਨਰੇਗਾ ਦੇ ਅਧੀਨ ਜਿਹੜਾ ਕਿ ਬਹੁਤ ਵਧੀਆ ਲੋਕਾਂ ਨੂੰ ਰੁਜ਼ਗਾਰ ਦਿੱਤਾ,
ਤੇ ਵਧੀਆ ਤਰੀਕੇ ਨਾਲ ਕੰਮ ਚਲਾਇਆ। ਤੇ ਡੀਸੀ ਸਾਹਿਬ ਵੱਲੋਂ ਡੀਸੀ ਸਾਹਿਬ ਨੂੰ ਸਾਡੇ ਕੈਬਨਿਟ ਮਿਨਿਸਟਰ ਚਰਨਜੀਤ ਸਿੰਘ ਚੰਨੀ ਹੈ ਜੀ, MLA ਰਾਣਾ ਗੁਰਜੀਤ ਸਿੰਘ, ਨਵਤੇਜ ਸਿੰਘ ਚੀਮਾ ਜੀ ਉੱਥੇ ਸੀਗੇ ਤੇ ਮੈਨੂੰ 26 ਜਨਵਰੀ ਤੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਮੈਨੂੰ 15 ਅਗਸਤ ਤੇ ਵੀ ਸਨਮਾਨਿਤ ਕੀਤਾ ਗਿਆ ਕਿਉਂਕਿ ਉਹ ਡੈਪੋ ਦੇ ਵਿੱਚ ਸੀਗਾ ਜਿਹੜਾ ਨਸ਼ਿਆਂ ਦੀ ਰੋਕਥਾਮ ਲਈ ਇੱਕ ਮੁਹਿੰਮ ਪੁਲਿਸ ਵੱਲੋਂ ਚਲਾਇਆ ਗਿਆ ਸੀਗਾ। ਪੁਲਿਸ ਪ੍ਰਸ਼ਾਸਨ ਦੇ ਮੈਂ ਟੱਚ ਵਿੱਚ ਰਹਿ ਕੇ ਉਹਨਾਂ ਨਾਲ ਸੈਮੀਨਾਰ ਲਾਏ, ਉਹਨਾਂ ਦਾ ਪਿੰਡ ਜਾ ਕੇ ਅਸੀਂ ਲੋਕਾਂ ਨੂੰ ਨਸ਼ਿਆਂ ਤੇ ਅਵੇਅਰ ਕੀਤਾ। SSP ਸਾਹਿਬ ਦੀ ਕਾਲ ਤੇ ਮੈਂ ਜਾਣਾ ਹੁੰਦਾ ਸੀਗਾ ਤੇ ਅਸੀਂ ਪਿੰਡ ਵਿੱਚ ਜਾ ਕੇ ਜਿੱਥੇ ਵੀ ਸੈਮੀਨਾਰ ਲਾਉਣਾ ਤਾਂ ਮੈਂ ਉਹਨਾਂ ਦਾ ਨਾਲ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਤੇ ਉਹਦਾ ਕਰਕੇ ਮੈਨੂੰ ਡੈਪੋ ਦੇ ਵਿੱਚ ਸਨਮਾਨਿਤ ਕੀਤਾ ਗਿਆ ਵੀ 15 ਅਗਸਤ ਤੇ ਵੀ। ਤੇ ਇੱਕ ਮੈਨੂੰ ਸਪੈਸ਼ਲ ਮਾਨ ਸਨਮਾਨ ਸੀਗਾ ਵੀ ਮੇਰਾ ਪਿਛੋਕੜ ਜਿਹੜਾ ਕਾਂਗਰਸ ਪਾਰਟੀ ਨਾਲ ਸੰਬੰਧਿਤ ਆ ਤੇ ਮੈਂ 2012 ਤੋਂ ਲੈ ਕੇ 16 ਤੱਕ ਫੰਕਸ਼ਨ ਕਰਾਏ ਸੀਗੇ ਆਪਣੇ ਪਿੰਡਾਂ ਦੇ ਵਿੱਚ ਵੀ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਨਾਲ ਰਲ ਕੇ ਤੇ ਜਿਹਦੇ ਵਿੱਚ ਨਸ਼ਿਆਂ ਦੀ ਰੋਕਥਾਮ ਦੀ, ਪਾਣੀ ਬਚਾਓ, ਬੂਟੇ ਲਗਾਓ ਪੌਦਿਆਂ ਦੇ, ਇਦਾਂ ਦੇ ਮੈਂ ਪ੍ਰੋਗਰਾਮ ਕੀਤੇ ਸੀ। ਉਹਦੇ ਨਾਲ ਨੁੱਕਰ ਨਾਟਕ ਵੀ ਵਿੱਚ ਕਰਾਈਦੇ ਸੀਗੇ ਲੋਕਾਂ ਨੂੰ ਦਿਖਾਉਣ ਵਾਸਤੇ। ਉਹਦੀਆਂ ਪ੍ਰੋਪਰ ਮੈਂ ਵੀਡੀਓ ਵੀ ਆਪਣੀ ਫੇਸਬੁੱਕ ਆਈਡੀ ਤੇ ਸ਼ੇਅਰ ਕੀਤੀਆਂ ਤੇ ਉਹਦਾ ਕਰਕੇ ਇੱਕ ਮੇਰੀ CD ਬਣੀ। ਉਹ ਬਣ ਕੇ ਮੈਨੂੰ ਚੰਡੀਗੜ੍ਹ ਜਾਣ ਦਾ ਮੌਕਾ ਮਿਲਿਆ। ਉੱਥੇ ਜਾ ਕੇ ਉਸ ਟਾਈਮ ਦੇ ਜਿਹੜੇ ਕੈਬਨਿਟ ਮਿਨਿਸਟਰ ਵਾਟਰ ਐਂਡ ਸੈਨੀਟੇਸ਼ਨ ਦੇ ਸੀਗੇ ਸੁਰਜੀਤ ਸਿੰਘ ਰੱਖੜਾ, ਮੈਨੂੰ ਸਪੈਸ਼ਲ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਜਿਹੜੀ ਉਹ ਸਕਰੀਨ ਤੇ ਮੇਰੀ ਵੀਡੀਓ ਚੱਲੀ, ਮੇਰੇ ਪਿੰਡ ਦਾ ਨਾਮ ਬੋਲਿਆ ਗਿਆ ਤੇ ਮੈਂ ਬੜਾ ਉਦੋਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਿਆ ਵੀ ਮੇਰੀ ਮਿਹਨਤ ਜਿਹੜੀ ਆ ਉਹ ਰੰਗ ਲਿਆਈ ਆ। ਤੇ ਫਿਰ ਮੈਨੂੰ ਪੰਜਾਬ ਦੇ CM ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਵੀ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਤੇ ਮੈਨੂੰ ਉਹਨਾਂ ਨੂੰ ਵੱਲੋਂ ਸਨਮਾਨ ਵੀ ਕੀਤਾ ਗਿਆ ਤੇ ਇਹ ਚੀਜ਼ਾਂ ਮੇਰੀਆਂ ਜ਼ਿੰਦਗੀ ਦੇ ਪ੍ਰਾਪਤੀ ਦੇ ਚਿੰਨ੍ਹ ਹੈ। ਦੇਖੋ ਤੁਹਾਡੇ ਇੰਨੇ ਵੱਡੇ ਮਾਨ ਸਨਮਾਨ ਹੋਏ ਹਨਾ ਜੀ, ਤੇ ਇੱਕ ਕਿਸਮ ਦਾ ਉਸ ਪਿੰਡ ਦਾ, ਉਸ ਇਲਾਕੇ ਦਾ, ਉਸ ਜ਼ਿਲ੍ਹੇ ਦਾ ਹੀ ਮਾਨ ਸਨਮਾਨ ਅਸੀਂ ਸਮਝਾਂਗੇ। ਗੁਰਪ੍ਰੀਤ ਭਾਜੀ ਨਾਲ ਗੱਲਾਂ ਸਾਡੀਆਂ ਚੱਲਦੀਆਂ ਰਹਿਣਗੀਆਂ ਜੀ, ਪਰ ਅਸੀਂ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ ਤੇ ਜਲਦੀ ਹੀ ਹਾਜ਼ਰ ਹੁੰਦੇ ਆ ਪ੍ਰੋਗਰਾਮ ਲੈ ਕੇ ਸਫਰ ਮੇਰੀ ਜ਼ਿੰਦਗੀ ਦਾ। ਸਫਰ ਮੇਰੀ ਜ਼ਿੰਦਗੀ ਦਾ, ਸਫਰ ਮੇਰੀ ਜ਼ਿੰਦਗੀ ਦਾ। ਇੱਕ ਵਾਰੀ ਫੇਰ ਨਿੱਘਾ ਸਵਾਗਤ ਹੈ ਜੀ, ਪ੍ਰੋਗਰਾਮ ਤੁਹਾਡਾ ਆਪਣਾ ਹੋਈ ਸਫਰ ਮੇਰੀ ਜ਼ਿੰਦਗੀ ਦਾ। ਸਾਡੇ ਨਾਲ ਅੱਜ ਹੈਗੇ ਗੋਪੀ ਭਾਜੀ, ਬਹੁਤ ਵਧੀਆ ਬੰਦੇ ਭਾਜੀ। ਤੁਹਾਨੂੰ ਇੱਕ ਯੁਵਾ ਸਟਾਰ ਪ੍ਰਚਾਰਕ ਵਜੋਂ ਲਿਆ ਜਾਂਦਾ ਹੈ ਪੋਲਿਟਿਕਸ 'ਚ, ਇਹ ਗੱਲ ਕਿੱਥੋਂ ਤੱਕ ਸਰ? ਇਹ ਦੇਖੋ ਜੀ, ਇਹ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਜਦੋਂ ਕੋਈ ਬੰਦਾ ਲੋਕਾਂ ਨੂੰ ਸੁਣਾਉਣਾ ਬਹੁਤ ਔਖਾ ਤੇ ਸੁਣਨ ਵਾਲਿਆਂ ਨੂੰ ਵੀ ਬੜਾ ਔਖਾ ਲੱਗਦਾ ਵੀ ਕਿਸੇ ਨੂੰ ਨਜਾਇਜ਼ ਨਹੀਂ ਸੁਣਿਆ। ਮੈਂ ਹੁਣ ਫੇਰ ਉਸੇ ਗੱਲ ਤੇ ਆਉਂਗਾ ਵੀ ਸਾਡੇ MLA ਸਾਹਿਬ ਰਾਣਾ ਗੁਰਜੀਤ ਸਿੰਘ, ਉਹਨਾਂ ਦਾ ਮੇਰੇ ਸਿਰ ਤੇ ਬਹੁਤ ਛਤਰ ਛਾਇਆ ਦਾ ਹੱਥ ਵਾ ਤੇ ਉਹ ਜਦੋਂ ਕਿਤੇ ਵੀ ਮੇਰੀ ਡਿਊਟੀ ਲਾਉਂਦੇ ਆ ਤਾਂ ਮੈਂ ਉਹਨਾਂ ਦੇ ਨਾਲ ਜਿੱਥੇ ਵੀ ਕਿਤੇ ਰੈਲੀਆਂ ਹੋਵੇ ਕਿਤੇ ਹੋਵੇ, ਜਿੱਦਾਂ ਹੁਣ ਸ਼ਾਹਕੋਟ ਇਲੈਕਸ਼ਨ ਆਈ ਸੀ ਤਾਂ ਮੈਂ ਉਹਨਾਂ ਦੇ ਨਾਲ ਰਿਹਾ। ਮੈਨੂੰ ਬਹੁਤ ਸਾਰਾ ਸਪੀਚ ਕਰਨ ਦਾ ਮੌਕਾ ਮਿਲਿਆ ਤੇ ਕਿਉਂਕਿ ਮੈਨੂੰ ਕਾਫੀ ਇਦਾਂ ਦੀਆਂ ਗੱਲਾਂ ਬਾਰੇ ਪਤਾ ਵਾ ਵੀ ਜਿਹੜਾ ਲੋਕਾਂ ਵਿੱਚ ਅਸੀਂ ਦੱਸ ਸਕਦੇ ਹਾਂ ਜਾ ਕੇ, ਤੇ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਹੁੰਦਾ ਜੀ। ਜੇ ਮਾਈਕ 'ਚ ਬੋਲਣਾ ਹਾਰੀ ਸਾਰੀ ਦਾ ਕੰਮ ਨਹੀਂ ਹੈਗਾ, ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਹੈ ਜੀ। ਤੁਸੀਂ ਸਪੀਚ ਦੇ ਰਹੇ ਹੋ ਤੇ ਕਦੀ ਕਿਤੇ ਇਮੋਸ਼ਨਲ ਹੋ ਗਏ ਹੋ, ਇਦਾਂ ਦੇ ਮੌਕੇ ਆਏ ਕਦੇ? ਦੇਖੋ ਜੀ, ਇਹੋ ਜਿਹਾ ਟਾਈਮ ਤਾਂ ਕਾਫੀ ਵਾਰੀ ਆ ਜਾਂਦਾ ਜਦੋਂ ਅਸੀਂ ਆਪਣੇ ਮਦਰ ਫਾਦਰ ਤੇ ਆਣ ਕੇ, ਕਿਉਂਕਿ ਸਾਡੇ ਜਿਹੜੇ ਰਾਣਾ ਜੀ ਹੈ ਨਾ, ਮੋਸਟਲੀ ਜਦੋਂ ਮੈਂ ਗਾੜੀ ਖੜਾ ਤੇ ਮੇਰੇ ਫਾਦਰ ਤੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਪਿਆਰ ਸੀਗਾ ਕਿਉਂਕਿ ਕਪੂਰਥਲੇ ਵਿੱਚ ਜਦੋਂ ਉਹ ਆਏ ਸੀ ਨਾ, ਉਹਨਾਂ ਦੀ ਕਿਸੇ ਨਾਲ ਮੁਲਾਕਾਤ ਨਹੀਂ ਸੀ ਹੋਈ ਤੇ ਮੇਰੇ ਡੈਡੀ ਇੱਕ ਸਰਪੰਚ ਸੀਗੇ ਕਾਂਗਰਸੀ ਉਸ ਟਾਈਮ ਦੇ, ਤੇ ਉਹਨਾਂ ਦੇ ਨਾਲ ਉਹਨਾਂ ਨੇ ਆਣ ਕੇ ਮੁਲਾਕਾਤ ਕੀਤੀ ਤੇ ਸਾਡੇ ਉਹਨਾਂ ਜਿਹੜੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਸੀ ਉਹਨਾਂ ਨੂੰ ਛੱਡ ਦਿੱਤਾ ਉਸੇ ਟਾਈਮ ਹੀ, ਤਾਂ ਰਾਣਾ ਜੀ ਦੇ ਨਾਲ ਉਸੇ ਵੇਲੇ ਚੱਲ ਪਏ। ਪਿੰਡਾਂ ਵਿੱਚ ਸਰਪੰਚਾਂ ਤੋਂ ਮੋਹਰਾਂ ਲਵਾਈਆਂ ਜਾ ਕੇ ਉਹ ਰਾਣਾ ਜੀ ਆਪਣੀ ਸਪੀਚ ਵਿੱਚ ਦੱਸਦੇ ਆ, ਲੋਕਾਂ ਨੂੰ ਜਾਣੂ ਕਰਾਉਂਦੇ ਆ ਵੀ ਸਰਦਾਰ ਗੁਰਮੀਤ ਸਿੰਘ ਸਰਪੰਚ ਵੀ ਉਹ ਬੰਦਾ ਸੀਗਾ ਜਿਹੜਾ ਮੈਨੂੰ ਆਣ ਕੇ ਸਵੇਰੇ ਉਠਾਲਦਾ ਸੀ ਤੇ ਰਾਤ ਨੂੰ ਸੁਲਾ ਕੇ ਜਾਂਦਾ ਸੀ, ਵੀ ਮੇਰੇ ਨਾਲ ਇਦਾਂ ਦਾ ਪਿਆਰ ਸੀਗਾ। ਤੇ ਇਸੇ ਕਰਕੇ ਉਹ ਮੈਨੂੰ ਜ਼ਿਆਦਾ ਪਿਆਰ ਕਰਦੇ, ਮੇਰੇ ਫਾਦਰ ਦਾ ਕਰਕੇ ਵੀ ਉਹ ਬੰਦਾ ਪਹਿਲਾ ਬੰਦਾ ਸੀਗਾ ਜਿਹੜਾ ਨਾਲ ਚੱਲੇ ਸੀ। ਸਾਡੇ ਹਲਕੇ ਦਾ ਸੁਧਾਰ ਬਹੁਤ ਹੋਇਆ ਜੀ। ਅੱਜ ਲੀਡਰ ਘਰਾਂ ਵਿੱਚ ਆਉਣੇ ਸ਼ੁਰੂ ਹੋਏ ਆ, ਜਾਂ ਲੋਕਾਂ ਨਾਲ ਪਿਆਰ ਮਿਲਿਆ ਵਾ, ਜਾਂ ਐਸੀ ਬੰਦਿਆਂ ਦੇ ਨਾਲ ਬਹੁਤਾ ਉਹਨਾਂ ਦਾ ਜਿਹੜਾ ਮਿਆਰੀ ਪੱਧਰ ਉੱਚਾ ਹੋਇਆ ਉਹ ਰਾਣਾ ਜੀ ਦਾ ਕਰਕੇ ਹੋਇਆ। ਉਹਨਾਂ ਨੇ ਆਣ ਕੇ ਕੋਈ ਜਾਤ ਪਾਤ ਨਹੀਂ, ਕੋਈ ਕੁਛ ਨਹੀਂ, ਇੱਕ ਹੀ ਨਿਗਾਹ ਨਾਲ ਸਾਰਿਆਂ ਨੂੰ ਵੇਖਿਆ ਤੇ ਵਧੀਆ ਕੰਮ ਕੀਤੇ। ਤਾਂ ਮੈਂ ਵੀ ਉਹਨਾਂ ਦਾ ਸਦਾ ਹੀ ਰਿਣੀ ਆ ਤੇ ਉਹਨਾਂ ਦੇ ਨਾਲ ਹੀ ਸਦਾ ਪ੍ਰਮਾਤਮਾ ਕੋਲੋਂ ਸੁੱਖ ਸ਼ਾਂਤੀ ਮੰਗਦੇ। ਠੀਕ ਹੈ ਜੀ। ਆਪਣੀ ਨਾ ਗੱਲ ਸ਼ੁਰੂ ਹੋਈ ਸੀ ਤਾਂ ਤੁਸੀਂ ਦੱਸਿਆ ਸੀ ਕਿ ਮੈਂ ਆਪਣੇ ਪਿੰਡਾਂ ਦੇ ਪ੍ਰੋਜੈਕਟਾਂ ਬਾਰੇ ਗੱਲ ਕਰਾਂਗਾ।
ਉਹ ਪ੍ਰੋਜੈਕਟ ਕਿਹੜੇ ਨੇ? ਦੇਖੋ ਜੀ, ਮੈਂ ਇੱਕ ਨਾ ਪਿੰਡ ਵਿੱਚ ਪੈਲਸ ਬਣਾ ਰਿਹਾ ਵਾਂ ਜੀ, ਜਿਹੜਾ ਕਿ ਸਰਕਾਰੀ ਤੌਰ ਤੇ ਉਹਨੂੰ ਕਮਿਊਨਿਟੀ ਸੈਂਟਰ ਵੀ ਕਹਿ ਦਿੰਦੇ ਆ। ਤੇ ਉਹਦੇ ਵਿੱਚ ਮੈਂ ਉਹਦੀ ਸਾਫ਼ ਸਫਾਈ ਲਈ 5 ਦਾ 10,000 ਰੁਪਇਆ ਫੀਸ ਰੱਖੂੰਗਾ, ਕਿਉਂਕਿ ਅੱਜ ਕੱਲ੍ਹ 1.5 ਲੱਖ ਤੋਂ ਘੱਟ ਕੋਈ ਪੈਲਸ ਨਹੀਂ ਹੁੰਦਾ ਹੈਗਾ। ਤੇ ਗਰੀਬ ਬੰਦੇ ਉੱਥੇ ਹਰੇਕ ਤਰ੍ਹਾਂ ਦਾ ਪ੍ਰੋਗਰਾਮ ਕਰਨਗੇ। ਇੱਕ ਮੈਂ ਮਨਰੇਗਾ ਵਿੱਚੋਂ ਪਾਰਕ ਬਣਾ ਰਿਹਾ ਜੀ, ਠੀਕ ਹੈ ਜੀ, ਉਹ ਵੀ ਮੇਰਾ ਪ੍ਰੋਜੈਕਟ। ਇੱਕ ਮੇਰਾ ਛੱਪੜਾਂ ਦਾ ਪ੍ਰੋਜੈਕਟ ਆ ਜੀ, ਉਹਦੇ ਤੇ ਤਕਰੀਬਨ 36 ਲੱਖ ਰੁਪਇਆ ਉਹਦੀ ਸਿੰਚਾਈ ਵਾਸਤੇ, ਜਿਹੜਾ ਛੱਪੜ ਦਾ ਪਾਣੀ ਆ ਉਹ ਖੇਤਾਂ ਨੂੰ ਸਿੰਚਾਈ ਵਾਸਤੇ ਦੇਣਾ। ਇੱਕ ਮੇਰੇ ਫਾਦਰ ਸਾਹਿਬ ਦਾ, ਮਦਰ ਦਾ ਸੁਪਨਾ ਸੀਗਾ 5-5 ਮਰਲੇ ਦੇ ਪਲਾਟ, ਉਹ ਮੇਰੇ ਨਾਲ ਸੀਗਾ। ਮੇਰਾ ਸਾਰਾ ਕੰਮ ਹੋ ਚੁੱਕਿਆ ਵਾ ਤੇ ਮੈਂ ਤਕਰੀਬਨ ਹੀ ਥੋੜੇ ਦਿਨਾਂ ਦੇ ਵਿੱਚ 84 ਪਲਾਟ ਆ ਜਿਹੜੇ ਮੇਰੇ ਪਿੰਡ ਦੇ, ਤੇ ਮੈਂ ਜਿਹੜੇ ਬੇਘਰੇ ਬੇਲੋੜੇ ਲੋਕ ਆ, ਜਿਹੜੇ ਜਿਨ੍ਹਾਂ ਕੋਲ ਘਰ ਦੇ ਨਹੀਂਗਾ, ਉਹਨਾਂ ਨੂੰ 5-5 ਮਰਲੇ ਦੇ ਪਲਾਟ ਦੇ ਕੇ ਤੇ ਉਹਨਾਂ ਨੂੰ ਉੱਥੇ ਘਰ ਬਣਵਾਉਣ ਨੂੰ ਵੀ ਸਰਕਾਰ ਨੂੰ ਰਿਕੁਐਸਟ ਕਰੂੰਗਾ। ਤੇ ਇਹ ਮੇਰੇ ਜੀ ਕੰਮ ਆ ਮੇਰੇ ਪਿੰਡ ਦੇ ਜੀ। ਗੁਰਪ੍ਰੀਤ ਭਾਜੀ, ਅਸੀਂ ਦੁਆ ਕਰਦੇ ਹਾਂ ਉਸ ਰੱਬ ਅੱਗੇ ਕਿ ਤੁਹਾਡੇ ਜਿੰਨੇ ਵੀ ਪ੍ਰੋਜੈਕਟ ਹੈ ਪਿੰਡ ਦੇ, ਉਹ ਸਾਰੇ ਵਧੀਆ ਢੰਗ ਨਾਲ ਜਿੱਥੇ ਤੱਕ ਤੁਸੀਂ ਆਪਣੇ ਪਿੰਡ ਲਈ ਇੰਨਾ ਸਭ ਕੁਝ ਕਰ ਰਹੇ ਹੋ, ਕਿ ਤੁਹਾਡੇ ਦੂਜੇ ਪਿੰਡਾਂ ਦੇ ਜਿਹੜੇ ਸਰਪੰਚ ਆ ਉਹਨਾਂ ਨਾਲ ਵੀ ਕੋਈ ਸਾਂਝ ਹੈ? ਦੇਖੋ ਜੀ, ਜਿੱਥੇ ਕੁਐਸਚਨ ਤੁਸੀਂ ਬੜਾ ਵਧੀਆ ਮੈਨੂੰ ਪੁੱਛਿਆ ਵੀ ਮੇਰਾ ਜਿਹੜਾ ਸਰਪੰਚਾਂ ਦੇ ਨਾਲ, ਇਕੱਲੇ ਸਾਡੇ ਬਲਾਕ ਦੇ ਸਰਪੰਚਾਂ ਨਾਲ ਨਹੀਂ, ਜ਼ਿਲ੍ਹੇ ਦੇ ਸਰਪੰਚਾਂ ਨਾਲ ਪਰਿਵਾਰਕ ਰਿਲੇਸ਼ਨ ਆ। ਤੇ ਜਦੇ ਕਿਸੇ ਨੂੰ ਕਿਸੇ ਕੰਮ ਦੀ ਲੋੜ ਪੈਂਦੀ ਆ, ਉਹ ਮੈਨੂੰ ਕਾਲ ਕਰਕੇ ਪੁੱਛਦਾ ਤਾਂ ਮੈਂ ਬੜਾ ਮਾਣ ਮਹਿਸੂਸ ਕਰਦਾ ਤੇ ਮੈਂ ਉਹਦੀ ਮਦਦ ਕਰਨ ਲਈ ਅੱਗੇ ਵੀ ਵਧਦਾ ਹਾਂ। ਤੇ ਮੈਂ ਹੁਣ ਤਕਰੀਬਨ ਸਾਰਿਆਂ ਨੂੰ ਹੀ ਕਹਿ ਰਿਹਾ ਸੀ ਵੀ ਆਪਾਂ ਇੱਕ ਆਪਣੀ ਯੂਨੀਅਨ ਬਣਾਈ ਹੈ, ਸਰਪੰਚ ਯੂਨੀਅਨ, ਜਿਹਦੇ ਵਿੱਚ ਕਿਸੇ ਪਾਰਟੀ ਦਾ ਵੀ ਸਰਪੰਚ ਹੋਵੇ, ਅਸੀਂ ਕਿਸੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ, ਉਹਦੀ ਹੱਕ ਦੀ ਆਵਾਜ਼ ਲੜਾਂਗੇ। ਤੇ ਮੇਰਾ ਇਹ ਵੀ ਵਿਸ਼ਾ ਸਰਪੰਚਾਂ ਦੇ ਨਾਲ ਰਹਿੰਦਾ ਵਾ। ਤੇ ਚਲੋ ਜੀ, ਉਹ ਮੇਰੀ ਪਰਿਵਾਰਕ ਰਿਲੇਸ਼ਨ ਆ, ਕਿਉਂਕਿ ਸਰਪੰਚਾਂ ਦਾ ਇੱਕ ਪਰਿਵਾਰਕ ਰਿਲੇਸ਼ਨ ਹੋਣਾ ਵੀ ਬਹੁਤ ਵੱਡੀ ਗੱਲ ਆ। ਕਿਉਂਕਿ ਮੈਂ ਕਾਫੀ ਟਾਈਮ ਤੋਂ 2012 ਤੋਂ ਮੈਂ ਆਇਆ ਸਿਆਸਤ ਦੇ ਵਿੱਚ, ਮੈਨੂੰ ਪਤਾ ਵੀ ਕੰਮ ਕਿੱਦਾਂ ਚੱਲਣੇ ਆ, ਕਿਹੜੇ ਜਈ ਨੂੰ ਕਿਹੜੇ ਐਕਸ਼ਨ ਨੂੰ ਕਹਿ ਕੇ ਕਿੱਦਾਂ ਕੰਮ ਹੋਣੇ ਆ, ਹੈ ਨਾ। ਇਹਨਾਂ ਬਾਰੇ ਮੈਂ ਨੌਲੇਜ ਰੱਖਦਾ। ਠੀਕ ਹੈ ਜੀ। ਇਸ ਤਾਂ ਸੀ ਸਰਪੰਚਾਂ ਨਾਲ ਤੁਹਾਡਾ ਰਾਬਤਾ। ਇੱਕ ਨਾ ਅਹਿਮ ਸਵਾਲ ਹੈ ਜੀ ਬਹੁਤ, ਉਹ ਹੈ ਕਿ ਕਰੋਨਾ ਵਾਸਤੇ ਤੁਸੀਂ ਤੁਹਾਡੀ ਪਾਰਟੀ ਕਿਵੇਂ ਲੜ ਰਹੀ? ਦੇਖੋ ਜੀ, ਇਹ ਜਿਹੜਾ ਮਹਾਮਾਰੀ ਆਈ, ਇਹ ਪੂਰੇ ਵਰਲਡ ਲਈ ਬਹੁਤ ਮਾੜੀ ਸਾਬਤ ਹੋਈ। ਤੇ ਪ੍ਰਮਾਤਮਾ ਕਰੇ ਵੀ ਇਹ ਸਾਡੀ ਜਾਨ ਇਹਦੇ ਤੋਂ ਇਦਾਂ ਹੀ ਹਨੇਰੀ ਵਗਦੀ ਚੱਲ ਜਾਵੇ। ਪਰ ਸਾਡਾ ਇਹਦੇ ਵਿੱਚ ਬਹੁਤ ਅਹਿਮ ਯੋਗਦਾਨ ਰਿਹਾ ਸਾਡੇ ਰਾਣਾ ਜੀ ਦਾ ਵੀ, ਕਿਉਂਕਿ ਉਹਨਾਂ ਨੇ ਤਕਰੀਬਨ ਪੂਰੇ ਅੱਧੇ ਪੰਜਾਬ ਨੂੰ ਹੀ ਉਹਨਾਂ ਨੇ ਸੈਨੀਟਾਈਜ਼ ਕਰਾਇਆ ਆਪਣੇ ਖਰਚੇ ਤੇ ਸੈਨੀਟਾਈਜ਼ ਪਲੱਸ ਲੋਕਾਂ ਦੀ ਮਦਦ ਕੀਤੀ। ਇਵੇਂ ਹੀ ਸਾਨੂੰ ਵੀ ਉਹਨਾਂ ਨੇ ਇਦਾਂ ਹੀ ਲਾਇਆ। ਮੈਂ ਆਪਣੇ ਪਿੰਡ ਵਿੱਚ 6-7 ਵਾਰ ਨੂੰ ਸੈਨੀਟਾਈਜ਼ ਕੀਤਾ ਪਿੰਡ ਨੂੰ, ਤੇ ਨਾਲ ਦੇ ਪਿੰਡਾਂ ਵਿੱਚ ਵੀ ਜਾ ਕੇ ਨਾਲ ਸੈਨੀਟਾਈਜ਼ ਕਰਾਇਆ, ਤੇ ਜਿੱਥੇ ਜਿੱਥੇ ਕੋਈ ਸਮਾਨ ਚਾਹੀਦਾ ਸੀ ਰਾਸ਼ਨ ਦਾ ਉਹ ਬਚਾਇਆ। ਜਿੱਦਾਂ ਕਿ ਇੱਕ ਸਾਡੇ ਜੀ ਬੜਾ ਵੱਡਾ ਸਵਾਲ ਹੋ ਗਿਆ ਵੀ ਇੱਕ ਪੋਜ਼ਿਟਿਵ ਆ ਗਿਆ, ਸਾਡੇ ਨੇੜੇ ਪਿੰਡ ਸੀ ਕੋਟ ਕਰਾ ਰੱਖਾਂ ਵੀ, ਉੱਥੇ ਜੀ ਜਮਾਤੀ ਤਬਲੀਗੀ ਪਹਿਲਾ ਕੇਸ ਹੀ ਹੋਈ ਸੀ, ਉਹ ਕੇਸ ਆਇਆ, ਉਹਨਾਂ ਜਮਾਤੀਆਂ ਦਾ ਆ ਗਿਆ ਕੇਸ। ਉਹ ਇੱਕ ਜਾਤੀ ਲੈਵਲ ਦਾ ਇਸ਼ੂ ਬਣ ਗਿਆ ਜੀ। ਪਿੰਡਾਂ ਵਿੱਚ ਰੋਕ ਦਿੱਤਾ ਗਿਆ ਵੀ ਗੁੱਜਰਾਂ ਨੂੰ ਪਿੰਡਾਂ ਦੇ ਵਿੱਚ ਆਉਣ ਨਾ ਦਿੱਤਾ ਜਾਵੇ, ਵੀ ਇਹਨਾਂ ਨੂੰ ਕਰੋਨਾ ਦੀ ਬਿਮਾਰੀ ਆ। ਤੇ ਉਸ ਸੰਬੰਧ ਵਿੱਚ ਜੀ ਮੇਰਾ ਬੜਾ ਵੱਡਾ ਰੋਲ ਰਿਹਾ। ਮੈਂ ਡੀਸੀ ਸਾਹਿਬ ਨਾਲ ਮਿਲ ਕੇ ਉਹ ਮੀਟਿੰਗ ਅਰੇਂਜ ਕਰਾਈ, ਉਹਨਾਂ ਦੇ ਮੋਹਤਵਾਰ ਬੰਦਿਆਂ ਨੂੰ ਲੈ ਕੇ ਗਏ ਅਸੀਂ। ਫਿਰ ਪਿੰਡ ਡੀਸੀ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕਰਾਈ, ਤੇ ਉਹ ਪਿੰਡਾਂ ਦੇ ਵਿੱਚ ਉਹ ਉਸ ਜਿਹੜਾ ਜਾਤੀ ਲੈਵਲ ਦਾ ਮਸਲਾ ਹੇਠਾਂ ਇੱਕ ਪਰਿਵਾਰਕ ਰਿਸ਼ਤਾ ਬਣ ਕੇ ਗਾੜੀ ਉੱਪਰ ਕੇ ਆਇਆ। ਤੇ ਮੈਂ ਜਿੱਥੇ ਵੀ ਮੈਨੂੰ ਲੱਗਾ ਵੀ ਇੱਥੇ ਇਦਾਂ ਦੀਆਂ ਪ੍ਰੋਬਲਮਾਂ ਆ ਰਹੀਆਂ, ਮੈਂ ਡੀਸੀ ਸਾਹਿਬ ਦੀ ਨੋਟਿਸ ਵਿੱਚ ਉਸੇ ਵੇਲੇ ਹੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ। ਡੀਸੀ ਸਾਹਿਬ ਵੀ ਚਲੋ ਸਾਨੂੰ ਬੜਾ ਨਜ਼ਦੀਕੀ ਤੌਰ ਤੇ ਐਸਐਸਪੀ ਜਾਣਦੇ, ਐਸਐਸਪੀ ਸਾਹਿਬ ਵੀ। ਤੇ ਜਦੋਂ ਮੇਰੀਆਂ ਗੱਲਾਂ ਤੇ ਉਹਨਾਂ ਨੇ ਮੀਟਿੰਗ ਕਰਾਈ, ਤਾਂ ਉਹ ਇੱਕ ਮਸਲਾ ਸੀਗਾ ਬਣਿਆ, ਉਸ ਜਿਹੜਾ ਕਿ ਉੱਥੇ ਹੀ ਸਿਮਟ ਕੇ ਰਹਿ ਗਿਆ। ਇਸ ਮਹਾਮਾਰੀ ਦੇ ਦੌਰਾਨ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹਦੇ ਲਈ ਤੁਸੀਂ ਕਿੱਦਾਂ ਹੈਲਪ ਕਰੋਗੇ? ਦੇਖੋ ਜੀ, ਅਸੀਂ ਤਾਂ ਹੁਣ ਦੇਖੋ ਇਹ ਤਾਂ ਹੁਣ ਤਕਰੀਬਨ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੀ ਹੋ ਗਿਆ। ਤੇ ਜੇਕਰ ਇਦਾਂ ਦਾ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਨਾ ਸਕੂਲਾਂ ਨੂੰ ਕੁਆਰੰਟਾਈਨ ਸੈਂਟਰ ਬਣਾਇਆ ਸੀਗਾ। ਜੇ ਕੋਈ ਬਾਹਰੋਂ ਬੰਦਾ ਆਉਂਦਾ ਸੀ ਅਸੀਂ ਉਹਨੂੰ ਉੱਥੇ ਰੱਖ ਦੇਣ ਦੀ ਬਕਾਇਦਾ ਪ੍ਰਬੰਧ ਕੀਤਾ ਸੀਗਾ। ਤੇ ਜਿੱਦਾਂ ਜਿੱਦਾਂ ਸਰਕਾਰ ਦੀਆਂ ਸਾਨੂੰ ਹਦਾਇਤਾਂ ਆਉਂਦੀਆਂ ਸੀ ਉਵੇਂ ਉਵੇਂ ਅਸੀਂ ਚੱਲਦੇ ਸੀਗੇ, ਵੀ ਉਹਨਾਂ ਦੀ ਉਲੰਘਣਾ ਨਹੀਂ ਕੀਤੀ ਕਿਸੇ ਵੀ ਕਾਰਨਾਂ ਕਰਕੇ। ਇਦਾਂ ਦੀ ਵੀ ਅਸੀਂ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਕਿ ਕਰੋਨਾ ਵਾਇਰਸ ਦੀ ਲੜਾਈ ਨੂੰ ਲੜਿਆ ਗਿਆ।
ਗੋਪੀ ਭਾਜੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਮਜ਼ਾ ਆ ਰਿਹਾ ਹੈ, એનર્ਜੀ ਮਿਲ ਰਹੀ ਹੈ ਮੈਨੂੰ। ਜੈਮ 뮤직 ਸਟੂਡੀਓ ਦੇ ਇਸ ਖਾਸ ਪ੍ਰੋਗਰਾਮ ਸਫਰ ਮੇਰੀ ਜ਼ਿੰਦਗੀ ਦਾ ਦੇ ਵਿੱਚ ਆ ਕੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ? ਦੇਖੋ ਜੀ, ਮੈਂ ਨਾ ਜੈਮ 뮤직 ਸਟੂਡੀਓ ਦੇ ਸਫਰ ਮੇਰੀ ਜ਼ਿੰਦਗੀ ਦਾ ਆਣ ਕੇ ਬਹੁਤ ਹੀ ਵਧੀਆ ਲੱਗਾ। ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਵੀ ਜਿਹੜਾ ਹਰਭਜਨ ਹੈਰੀ ਜੀ ਨੇ ਮੈਨੂੰ ਫੋਨ ਕਰਕੇ ਬੁਲਾਇਆ, ਔਰ ਕਿ ਇਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਦੇ ਮੇਰੇ ਤੋਂ ਬਹੁਤ ਜਿਹੜੇ ਉੱਪਰ ਬੰਦੇ ਹੋਣੇ ਜਿਨ੍ਹਾਂ ਦੀ ਇਹਨਾਂ ਨੇ ਕਰਨੀਆਂ ਇੰਟਰਵਿਊਆਂ, ਤੇ ਮੈਨੂੰ ਵੀ ਉਹਨਾਂ ਦੇ ਵਿੱਚ ਰੱਖਿਆ। ਤਾਂ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਵੀ ਜਿਹੜਾ ਇਹਨਾਂ ਨੇ ਮੈਨੂੰ ਵੀ ਇਹ ਮਾਣ ਬਖਸ਼ਿਆ ਵੀ ਆਪਣੇ ਸਟੂਡੀਓ ਵਿੱਚ ਬੁਲਾ ਕੇ ਤੇ ਮੇਰੀ ਜ਼ਿੰਦਗੀ ਦੇ ਸਫ਼ਰ ਬਾਰੇ ਜਿਹੜੀਆਂ ਗੱਲਾਂ ਮੇਰੇ ਜਿਹੜੇ ਚਾਹਣ ਵਾਲੇ ਬੰਦੇ ਉਹਨਾਂ ਤੱਕ ਪਹੁੰਚਾਈਆਂ। ਤਾਂ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਜੀ। ਗੁਰਪ੍ਰੀਤ ਭਾਜੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਮਜ਼ਾ ਆ ਰਿਹਾ ਹੈ। ਮਨ ਤਾਂ ਕਰਦਾ ਕਿ ਆਪਾਂ ਗੱਲਾਂ ਕਰਦੇ ਰਹੀਏ, ਲੇਕਿਨ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਸਾਡੇ ਦਰਸ਼ਕਾਂ ਨੂੰ ਆਪਣੇ ਵੱਲੋਂ ਕੋਈ ਖਾਸ ਮੈਸੇਜ ਦੇਣਾ ਹੋਵੇ ਤਾਂ? ਦੇਖੋ ਜੀ, ਖਾਸ ਮੈਸੇਜ ਤਾਂ ਮੈਂ ਇਹ ਕਹੂੰਗਾ ਵੀ ਜਿੰਨੇ ਮੈਨੂੰ ਸੁਣ ਰਹੇ ਆ ਮੇਰੇ ਵੀਰ, ਵੀ ਆਪਣੇ ਮਾਪਿਓ ਦੀ ਸੇਵਾ ਜ਼ਰੂਰ ਕਰਨ, ਕਿਉਂਕਿ ਜਿਨ੍ਹਾਂ ਦੇ ਹੈ ਨਹੀਂ ਗੇ ਉਹਨਾਂ ਨੂੰ ਪਤਾ ਇਸ ਚੀਜ਼ ਦਾ। ਕਿਉਂਕਿ ਜਦੋਂ ਕੋਈ ਸੱਜਣ ਜ਼ਿਆਦਾ ਨਜ਼ਦੀਕੀ ਵਿਛੜ ਜਾਂਦਾ ਜਾਂ ਮਾਪਿਓ ਵਿਛੜ ਜਾਂਦਾ, ਬਹੁਤ ਦੁੱਖ ਲੱਗਦਾ ਇਸ ਚੀਜ਼ ਦਾ। ਤੇ ਇਸ ਲਈ ਹਮੇਸ਼ਾ ਹੀ ਆਪਣੇ ਮਾਪਿਓ ਦੀ ਰੱਬ ਵਾਂਗੂ ਪੂਜਾ ਕਰੋ, ਉਹਨਾਂ ਦੀ ਸੇਵਾ ਕਰੋ। ਮੈਂ ਤਾਂ ਇਹ ਮੈਸੇਜ ਦੇਣਾ ਚਾਹੁੰਦਾ ਵਾਂ ਵੀ ਉਹਨਾਂ ਦੀ ਸੇਵਾ ਕਰੋ, ਤੁਹਾਨੂੰ ਉਹਦੇ ਵਿੱਚ ਹੀ ਸਾਰਾ ਕੁਝ ਵਾ। ਥੈਂਕ ਯੂ ਜੀ, ਤੁਸੀਂ ਸਾਡੇ ਸਟੂਡੀਓ ਆਏ। ਇਹ ਸੀ ਜੀ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਜੀ, ਤੇ ਅਸੀਂ ਇਹਨਾਂ ਤੋਂ ਇਜਾਜ਼ਤ ਲੈਣੇ ਆ। ਥੈਂਕ ਯੂ ਗੋਪੀ ਭਾਜੀ, ਥੈਂਕ ਯੂ ਜੀ। ਦੇਖਦੇ ਰਹੋ ਤੁਸੀਂ ਆਪਣਾ ਖਾਸ ਪ੍ਰੋਗਰਾਮ ਸਫਰ ਮੇਰੀ ਜ਼ਿੰਦਗੀ ਦਾ। ਇਹਦਾ ਨੈਕਸਟ ਐਪੀਸੋਡ ਜਲਦ ਲੈ ਕੇ ਹਾਜ਼ਰ ਹੋਊਗਾ। ਸਫਰ ਮੇਰੀ ਜ਼ਿੰਦਗੀ ਦਾ, ਸਫਰ ਮੇਰੀ ਜ਼ਿੰਦਗੀ ਦਾ। Subscribe to our channel by clicking the subscribe button. Click the bell button and enjoy the latest uploads from our channel.